नाम श्री वाहिगुरु साहिब जी। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद। दंडौत वंदन अनक बार। सर्व कला समरथ डोलन ते राखो प्रभु। नानक दे कर हाथ हों आया दूरों चल कै। मैं तकी तो शरण आए जियो। मैं आशा रखी चित में मेरा सबो दुख गवाए जियो। तुम्हारी शरण तुम्हारी आशा तुम ही सजन सहेले। राखो राखन हार दयाला। नानक कर के गोले। राखो राखन हार दयाला। नानक कर के गोले। बाणी गुरु गुरु है बाणी। विच बाणी अमृत सारे। गुर बाणी कहै सेवक जन मानै। पर तक गुरु निस्तारे। सो कहो टल गुर सेवियै। अहनिस सहज सुभाए। दर्शन परसै गुरु कै। जन्म मरण दुख जाए। होवै सिफत खसामदी। नूर अरसो कुरसो चटिया। तुध डिठे सचे पातशाह। मल जन्म जन्म दी कटिया। सज्जन सच्चा पातशाह। सिर साहांदै साहो। जिस पास बैठिया सोहिया। अब नादा बेसाहो। सतनाम श्री वाहिगुरु साहिब जी। केदारा महला पंजवा। घर तीजा
ਸਤਿਗੁਰ ਪ੍ਰਸਾਦ। ਦੀਨ ਬਿਨੋ ਸੁਨ ਦਇਆਲ, ਪੰਚ ਦਾਸ ਤੀਨ ਦੋਖੀ। ਏਕ ਮਨ ਅਨਾਥ ਨਾਥ, ਦੀਨ ਬਿਨੋ ਸੁਨ ਦਇਆਲ। ਪੰਚ ਦਾਸ ਤੀਨ ਦੋਖੀ, ਏਕ ਮਨ ਅਨਾਥ ਨਾਥ। ਰਾਖੋ ਕਿਰਪਾਲ ਰਹਾਉ, ਅਨਕ ਜਤਨ ਗਵਨ ਕਰੋ। ਖਟ ਕਰਮ ਜੁਗਤ ਧਿਆਨ ਧਰੋ, ਉਪਾਵ ਸਗਲ ਕਰ ਹਾਰਿਓ। ਨਹਿ ਨਹਿ ਹੁਟਹਿ ਬਿਕਰਾਲ, ਸਰਣ ਬੰਦਨ ਕਰੁਣਾਪਤੇ। ਭਵ ਹਰਣ ਹਰ 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 ਹਰੇ, ਏਕ ਤੂ ਹੀ ਦੀਨ ਦਇਆਲ। ਪ੍ਰਭ ਚਰਨ ਨਾਨਕ ਆਸਰੋ, ਉਦਰੇ ਭ੍ਰਮ ਮੋਹ ਸਾਗਰ। ਲਗ ਸੰਤਨਾ ਪਗ ਪਾਲ, ਏਕ ਤੂ ਹੀ ਦੀਨ ਦਇਆਲ। ਪ੍ਰਭ ਚਰਨ ਨਾਨਕ ਆਸਰੋ, ਉਦਰੇ ਭ੍ਰਮ ਮੋਹ ਸਾਗਰ। ਲਗ ਸੰਤਨਾ ਪਗ ਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖ਼ ਦੇ ਮਾਲਕ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ, ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ, ਸਾਹਿਬੇ ਕਮਾਲ, ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ
ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਕੇਦਾਰਾ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੇਦਾਰਾ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੇਦਾਰਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1119 ਅੰਕ ਤੇ ਘਰ ਤੀਜਾ ਤੀਜੇ ਘਰ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ। ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਜਿਹਦੇ ਵਿੱਚ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਇਹ ਸਮਝਾਣਾ ਕੀਤਾ। ਮਨ ਦੇ ਪਰਥਾਏ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਹੇ ਪਰਮਾਤਮਾ, ਜਿਹੜਾ ਮੇਰਾ ਮਨ ਹੈ ਇਹ ਮਨ ਪੰਜਾਂ ਵਿੱਚ ਗਲਤਾਨ ਹੈ। ਇਸ ਮਨ ਨੂੰ ਤਿੰਨ ਪ੍ਰਕਾਰ ਜਿਹੜੀ ਮਾਇਆ ਹੈ, ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਮਾਇਆ ਇਸ ਮਨ ਉੱਤੇ ਹਾਵੀ ਹੋ ਰਹੀ ਹੈ ਤੇ ਮਨ ਦਾ ਇਹਨਾਂ ਅੱਗੇ ਜ਼ੋਰ ਨਹੀਂ ਚੱਲ ਰਿਹਾ ਹੈ। ਮੇਰੇ ਮਾਲਕ ਜੀ, ਆਪ ਜੀ ਬਖਸ਼ਿਸ਼ ਕਰੋ, ਰਹਿਮਤ ਕਰੋ, ਮੇਰੀ ਆਪ ਜੀ ਸਹਾਇਤਾ ਕਰਨਾ ਕਰੋ ਤੇ ਮੈਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕਰੋ। ਤੇ ਸਾਰੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਗੁਰੂ ਸਾਹਿਬਾਨ ਨੇ ਸਾਨੂੰ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਨੀ ਦੱਸੀ ਹੈ। ਕਿਸ ਤਰੀਕੇ ਨਾਲ ਬੇਨਤੀ ਕਰਨੀ ਹੈ ਤੇ ਕਿਵੇਂ ਗੁਰਮੁਖਾਂ ਦੀ ਸੰਗਤ ਕਰਨੀ ਹੈ। ਆਰੰਭਤਾ ਵਿੱਚ ਪਾਤਸ਼ਾਹ ਜੀ ਮੰਗਲਾਚਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਤੇ ਸਤਿਗੁਰ ਦੀ ਪ੍ਰਸਾਦ ਕਿਰਪਾ ਸਦਕਾ ਐਸਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਦੀਨ ਬਿਨੋ ਸੁਨ ਦਇਆਲ, ਪੰਚ ਦਾਸ ਤੀਨ ਦੋਖੀ, ਏਕ ਮਨ ਅਨਾਥ। ਦੀਨ ਬਿਨੋ ਸੁਨ ਦਿਆਲ। ਦਿਆਲ ਕਹਿੰਦੇ ਨੇ ਦਿਆਲੂ, ਦਇਆ ਦਾ ਘਰ। ਕਹਿੰਦੇ ਹੇ ਦਿਆਲੂ ਪ੍ਰਭੂ, ਹੇ ਦਇਆ ਦੇ ਘਰ ਪ੍ਰਭੂ, ਮੈਂ ਤੇਰੇ ਅੱਗੇ ਇੱਕ ਦੀਨ ਬਣ ਕੇ, ਨਿਮਾਣਾ ਬਣ ਕੇ ਬਿਨੋਂ ਬੇਨਤੀ ਕਰਦਾ ਹਾਂ। ਆਪ ਜੀ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਸੁਣਨਾ ਕਰੋ। ਜਿਵੇਂ ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਣ ਸੁਹੇਲਾ। ਇਹ ਬੇਨਤੀ ਕਰਨ ਦਾ ਤਰੀਕਾ ਪਾਤਸ਼ਾਹ ਸਾਨੂੰ ਸਮਝਾਇਆ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਟੋਡੀ ਰਾਗ ਵਿੱਚ ਆਪਾਂ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਆਇਓ ਸਰਣ ਤੁਹਾਰੀ। ਇਹ ਵੀ ਬੇਨਤੀ ਹੈ। ਸਤਿਗੁਰ ਆਇਓ ਸਰਣ ਤੁਹਾਰੀ,
मिलै सूख नाम हर शोभा, चिंता लाहे हमारी। अवर न सूझै दूजी ठाहर, हे परमात्मा तेतो बिना सतगुर जी तुहातों बिना मैनू कोई होर थां नहीं दिखती है। अवर न सूझै दूजी ठाहर, हार भरियो तो दुआरी। अनेकां प्रकार दे धर्म दे निमित्त मैं कर्म करके ਥਾਵਾਂ ਥਾਵਾਂ ਤੇ ਜਾ ਕੇ ਥੱਕ ਕੇ ਹਾਰ ਕੇ ਪ੍ਰਮਾਤਮਾ ਹੁਣ ਮੈਂ ਤੇਰੀ ਸ਼ਰਨ ਤੱਕੀ ਹੈ। ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ। ਹਮ ਨਿਰਗੁਣ ਲੇਹੋ ਉਬਾਰੀ, ਸਦਬਖ ਸਿੰਧ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ संत पातशाह परियो राख लिहो एह बारी। कहते हे परमात्मा ये बारी मनुखा जन्म प्राप्त होया है, इस समय मेरे मालिक जी मेरे सतगुरु जी किरपा करके संरक्षणा करो। इसे प्रकार ही सुखनी साहिब की पावन बाणी आपां पढ़ते हैं। सुखनी साहिब की पावन बाणी विच धन गुरु अर्जन देव महाराज का फरमान है श्लोक के दीन दर्द दुख भंजना, घट घट नाथ अनाथ शरण तुम्हारी आयो, नानक के प्रभ साथ। इहदे विच पातशाह ने दीन की गल कीती है, निमाणे की गल कीती है कि हरेक दे घटां दी हिरदियां दी जानन वाले अनाथां दे नाथ मालक प्रभु जी मैं तेरी शरण विच आया हाँ, मेरे उत्ते बख्शिश कर। आप जी दा मुंड कदीमा तो इस सुभाव है कि आप जी दीन निमाणियां उत्ते गरीबां उत्ते आप जी अपनी मेहरामत करते हैं। आप जी अपनी किरपा करते हैं। ਜਿਹੜੇ ਨਿਮਾਣੇ ਆਪ ਜੀ ਦੀ ਓਟ ਤੱਕ ਲੈਂਦੇ ਨੇ ਉਹਨਾਂ ਉੱਤੇ ਸਤਿਗੁਰੂ ਜੀ ਫਿਰ ਆਪ ਜੀ ਬਖਸ਼ਿਸ਼ ਕਰਦੇ ਹਨ। ਤੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਦੀਨ ਬਿਨੋ ਸੁਨ ਦਿਆਲ। हे दयालु दयाल दयालु प्रभु जी मैं दीन बन के निमाणा बन के तेरे दर ते बिनों बेनती करदा हाँ। आप जी मेरी बेनती नूं सुनना करो। आख्या कि पातशाह जी ने ते सतगुरु कहते ने पंच दास तीन दोखी, एक मन अनाथ नाथ। हे अनाथां दे नाथ मालक परमेश्वर जी मेरी हालत इहो जी हो गई है कि पंच दास ਜਿਹੜੇ ਪੰਜ दास ने सेवक ने वो ਕਿਹੜੇ ने काम क्रोध लोभ अहंकार ये मेरे उत्ते हावी होए फिरदे ने, मेरे मन उत्ते ये हावी होए फिरदे हन। तीन दोखी इस मन दे तीन दोषी किहड़े ने रजोगुणी तमोगुणी सतोगुणी। ये तीन प्रकार की माया, ये तीन दोखी ने मन दे, ये मन नूं टिकण के बैठण नहीं दिंदे हन। ते मेरा मन एक मन है मेरा। एक पासे ये पंज ने, एक पासे ये तीन जड़ियां माया दे तीन रूप ने, ते मन एक है। ते कल्ला मन इन्हां सारियां नाल मुकाबला किवें करे। हे मालक जी मेरे तो मुकाबला नहीं हो रहा, आप जी बख्शिश करो। आप जी अनाथां दे नाथ मालक हो, मेरे उत्ते बख्शिश करो। वो मैनू ताकत बख्शना करो ताकि मेरा मन दृढ़ हो सके। दृढ़ हो के मन मेरा मन इन्हां नाल मुकाबला कर सके। गुरबाणी विच पातशाह जी वचन करते ने कि जिन मिल मारे पंच सूरबीर, ऐसो कौन बली रे। कहते भाई कोई इहो जिहा बली बलवान है, सूरमा है, जिन्हें
ਮਿਲ ਕੇ ਇਹ 5 ਸੂਰਬੀਰ 5 ਨੂੰ ਮਾਰ ਦਿੱਤਾ। ਆਪਾਂ 5 ਉੱਤੇ ਕੰਟਰੋਲ ਕਰ ਲਿਆ। ਇਹ 5 ਵਿਸ਼ੇ ਅਸਲ 'ਚ ਮਰਦੇ ਨਹੀਂ ਹਨ, ਰਹਿੰਦੇ ਅੰਦਰ ਹੀ ਹਨ, ਪਰ ਇਹਨਾਂ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ, ਕਾਬੂ ਕੀਤਾ ਜਾ ਸਕਦਾ ਹੈ। ਇਹ ਫਿਰ ਹਾਵੀ ਨਹੀਂ ਹੁੰਦੇ। ਰੱਬ ਦੇ ਜਿਹੜੇ ਗੁਰਮੁਖ ਜਨ ਬੰਦਗੀ ਕਰਦੇ ਹਨ, ਸਾਸ ਗਰਾਹ ਦੁਆਰਾ ਪ੍ਰਭੂ ਪਰਮਾਤਮਾ ਨੂੰ ਚੇਤੇ ਕਰਦੇ ਨੇ, ਉਹਨਾਂ 5 ਦੇ ਅਧੀਨ 5 ਜਿਹੜੇ ਨੇ ਉਸ ਪ੍ਰਭੂ ਦੇ ਪਿਆਰੇ ਦੇ ਅਧੀਨ ਹੋ ਜਾਂਦੇ ਨੇ। ਬੰਦਗੀ ਤੋਂ ਬਿਨਾਂ ਜਿਹੜਾ ਜੀਵ ਹੈ ਇਹਨਾਂ 5 ਦੇ ਅਧੀਨ ਹੁੰਦਾ ਹੈ। ਜਦੋਂ ਫਿਰ ਨਾਮ ਦਾ ਰੰਗ ਲੱਗਦਾ, ਖੁਮਾਰੀ ਚੜ੍ਹਦੀ ਹੈ, ਫਿਰ ਇਹ 5 ਗੁਰੂ ਸਰ ਉਸ ਬੰਦਗੀ ਕਰਨ ਵਾਲੇ ਦੇ ਅਧੀਨ ਹੋ ਜਾਂਦੇ, ਅਧੀਨਗੀ ਕਬੂਲ ਲੈਂਦੇ ਨੇ ਤੇ ਕੰਟਰੋਲ ਵਿੱਚ ਚੱਲਦੇ ਹਨ। ਤੇ ਮਾਲਕ ਜੀ ਮੇਰਾ ਮਨ ਇੱਕ ਹੈ, ਇੱਕ ਮਨ ਮੈਂ ਜੀ ਇਕੱਲਾ ਜੀਵ ਹਾਂ, ਆਪ ਜੀ ਨਾਥਾਂ ਦੇ ਨਾਥ ਮਾਲਕ ਹੋ। ਇਹ 3 ਪ੍ਰਕਾਰ ਦੀ ਮਾਇਆ, 5 ਜਿਹੜੇ ਵਿਸ਼ੇ ਨੇ ਮੇਰੇ ਉੱਤੇ ਹਾਵੀ ਹੋ ਰਹੇ ਹਨ। ਪ੍ਰਭੂ ਜੀ ਕਿਰਪਾ ਕਰਕੇ ਮੇਰੀ ਆਪ ਜੀ ਰੱਖਿਆ ਕਰਨਾ ਕਰੋ। ਰਾਖ ਹੋ ਕਿਰਪਾਲ, ਹੇ ਕਿਰਪਾਲ, ਕਿਰਪਾ ਦੇ ਘਰ ਪਰਮੇਸ਼ਰ, ਆਪ ਜੀ ਰੱਖਿਆ ਕਰੋ, ਮੇਰੀ ਹੱਥ ਦੇ ਕੇ ਰੱਖਿਆ ਕਰਨਾ ਕਰੋ, ਤਾਂ ਕਿ ਮੈਂ ਇਹਨਾਂ ਦੇ ਵਿੱਚ ਗਲਤਾਨ ਹੋ ਕੇ ਆਪਣਾ ਮਨੁੱਖਾ ਜਨਮ ਵਿਅਰਥ ਨਾ ਗਵਾ ਲਵਾਂ। ਸੋਦਰ ਦੀ ਬਾਣੀ ਆਪਾਂ ਪੜ੍ਹਦੇ ਹਾਂ। ਸੋਦਰ ਦੀ ਬਾਣੀ ਦੇ ਵਿੱਚ ਗੁਰਦੇਵ ਪਿਤਾ ਜੀ ਬਚਨ ਕਰਦੇ ਹਨ, ਸਾਨੂੰ ਦੱਸਦੇ ਨੇ ਕਿਸ ਤਰੀਕੇ ਦੇ ਨਾਲ ਪ੍ਰਭੂ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ। ਅਖੀਰਲਾ ਸ਼ਬਦ ਹੈ ਸੋਦਰ ਦੀ ਬਾਣੀ ਦਾ। ਤੇ ਪਾਤਸ਼ਾਹ ਕਹਿੰਦੇ ਨੇ ਕਿਵੇਂ ਪਰਮਾਤਮਾ ਰੱਖਦਾ ਹੈ ਜੀਵ ਨੂੰ ਵਿਕਾਰਾਂ ਵੱਲੋਂ। ਤੇ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ, ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਇਆਲ ਮਨੋ ਨਾ ਵਿਸਾਰਿਅਨ, ਭੌਜਲ ਬਿਖਮ ਸਗਾਹੋ ਭੌਜਲ ਤਾਰਿਅਨ, ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਗੁਰਦੇਵ ਪਿਤਾ ਜੀ ਨੇ ਸਾਨੂੰ ਇਹ ਦੱਸ ਦਿੱਤਾ, ਕਹਿੰਦੇ ਇੱਕ ਮਾਲਕ ਉੱਤੇ ਭਰੋਸਾ ਰੱਖ, ਮਨ ਕਰਕੇ ਉਸ ਮਾਲਕ ਦੀ ਟੇਕ ਲੈਣਾ ਕਰ, ਸਹਾਰਾ ਲੈਣਾ ਕਰ, ਉਹਦਾ ਸਿਮਰਨ ਕਰਨਾ ਕਰ। ਐ ਜੀਵ ਫਿਰ ਤੂੰ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਪਰ ਹੋਵੇ ਇੱਕ ਬੇੜੀ ਉੱਤੇ ਸਵਾਰ। ਨਦੀ ਆਪਾਂ ਦਰਿਆ ਪਾਰ ਕਰਨਾ ਹੈ। ਦਰਿਆ ਪਾਰ ਕਰਨ ਦੇ ਲਈ ਸਾਨੂੰ ਬੇੜੀ ਪੁਲ ਕੋਈ ਬਣਿਆ ਨਹੀਂ ਹੈ। ਬੇੜੀ ਦੀ ਲੋੜ ਪਵੇਗੀ, ਬੇੜੀ ਨੂੰ ਚਲਾਉਣ ਵਾਲੇ ਮਲਾਹ ਦੀ ਲੋੜ ਪਵੇਗੀ। ਪਰ ਜੇਕਰ ਆਪਾਂ ਬੇੜੀ ਚਲਾਉਣ ਵਾਲਾ ਮਲਾਹ ਵੀ ਮਿਲ ਗਿਆ, ਬੇੜੀ ਵੀ ਮਿਲ ਗਈ, ਉਹਦੇ ਉੱਤੇ ਸਵਾਰ ਹੋ ਗਏ, ਇੱਕ ਬੇੜੀ ਹੋਰ ਆ ਗਈ, ਤੇ ਬੰਦਾ ਆਖੇ ਕਿ ਮੈਂ ਇੱਕ ਪੈਰ ਇਸ ਬੇੜੀ 'ਚ ਰੱਖਣਾ, ਦੂਜਾ ਪੈਰ ਦੂਜੀ ਬੇੜੀ 'ਚ ਰੱਖਣਾ ਏ, ਤੇ ਕੀ ਉਹ ਬੰਦਾ ਉਸ ਬੇੜੀ ਦੇ ਰਾਹੀਂ ਪਾਰਲੇ ਕਿਨਾਰੇ ਲੱਗ ਸਕਦਾ ਹੈ? ਤੇ ਕਦੇ ਵੀ ਗੁਰੂ ਸਿਰ ਉਹ ਪਾਰ ਨਹੀਂ ਲੱਗ ਸਕਦਾ, ਵਿਚਕਾਰ ਡਿੱਗ ਜਾਵੇ, ਗੋਤੇ ਖਾ ਕੇ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਸਾਨੂੰ ਇੱਕ ਬੇੜੀ ਉੱਤੇ ਸਵਾਰ ਹੋਣਾ ਪਵੇਗਾ। ਚਲਾਉਣ ਵਾਲਾ ਇਸ ਬੇੜੀ ਨੂੰ ਕੌਣ ਹੈ? ਮਲਾਹ ਕਿਹੜਾ ਹੈ? ਸਾਡੇ ਗੁਰੂ ਸਾਹਿਬਾਨ ਜੀ। ਆਪਾਂ ਵਿਸ਼ੇ ਵਿਕਾਰਾਂ 'ਚ ਗੋਤੇ ਖਾ ਰਹੇ ਹਾਂ। ਸਤਿਗੁਰ ਨੇ ਸਾਨੂੰ ਨਾਮ ਦੀ ਬੇੜੀ ਉੱਤੇ ਸਵਾਰ ਕਰ ਦਿੱਤਾ, ਤੇ ਸਤਿਗੁਰੂ ਇਸ ਬੇੜੀ ਨੂੰ ਚਲਾ ਰਹੇ ਨੇ।
ਤੇ ਜਿਹੜੇ ਤਾਂ ਇੱਕ ਸਤਿਗੁਰ ਦੇ ਬਣ ਕੇ ਰਹਿ ਗਏ, ਇੱਕ ਗੁਰੂ ਦੇ ਬਣ ਕੇ ਰਹਿ ਗਏ, ਉਹ ਤਾਂ ਗੁਰੂ ਦੀ ਕਿਰਪਾ ਦੇ ਨਾਲ ਫਿਰ ਸੰਸਾਰ ਸਮੁੰਦਰ ਤੋਂ ਤਰ ਗਏ। ਜਿਹੜੇ ਗੁਰੂ ਸਵਾਰਿਓ ਸਤਿਗੁਰ ਨੂੰ ਛੱਡ ਕੇ ਫਿਰ ਥਾਵਾਂ ਥਾਵਾਂ 'ਤੇ ਜਾ ਕੇ ਆਪਣਾ ਮੱਥਾ ਰਗੜਦੇ ਰਹੇ, ਫਿਰ ਮਾਫ਼ ਕਰਨਾ ਉਹਦੀ ਹਾਲਤ ਦੋ ਬੇੜੀਆਂ ਉੱਤੇ ਸਵਾਰ ਹੋਇਆ ਤੇ ਫਿਰ ਉਹ ਜੀਵ ਡੁੱਬੇ ਕੇ ਕਦੇ ਤਰ ਨਹੀਂ ਸਕਦਾ ਹੈ। ਆਪਾਂ ਇੱਕ ਦੇ ਬਣ ਕੇ ਰਹੀ, ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੜ ਲੱਗੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਗੁਰੂ ਨਹੀਂ ਹੈ। ਭਗਤ ਰਵਿਦਾਸ ਸਾਹਿਬਾਨ ਨੇ ਇਸੇ ਕਰਕੇ ਬਚਨ ਕੀਤੇ ਨੇ ਨਾ। ਆਪਾਂ ਭਗਤ ਜੀ ਦੇ ਬਚਨ ਪੜ੍ਹਦੇ ਹਾਂ। ਭਗਤ ਜੀ ਕਹਿੰਦੇ ਨੇ, ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਚੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹੋਂ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਬਨ ਅਬੋਲ। ਕੀ ਕਾਰਨ ਹੈ ਪ੍ਰਮਾਤਮਾ, ਤੂੰ ਕੋਈ ਬਚਨ ਨਹੀਂ ਕਰ ਰਿਹਾ ਹੈ, ਮੇਰੇ ਨਾਲ ਗੱਲਬਾਤ ਨਹੀਂ ਕਰਦਾ। ਹੋਂ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਬਨ ਅਬੋਲ। ਅਗਲਾ ਵਚਨ ਕਰਦੇ ਨੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ, ਕਹਿ ਰਬਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਭਗਤ ਰਵਿਦਾਸ ਸਾਹਿਬਾਨ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਨੇ, ਰਾਖ ਹੋ ਕਿਰਪਾਲ, ਕਿ ਹੇ ਪਰਮਾਤਮਾ ਇੱਕ ਜਨਮ ਨਹੀਂ, ਪਤਾ ਨਹੀਂ ਕਿੰਨੇ ਜਨਮ ਮੈਂ ਧਾਰਨ ਕੀਤੇ, ਕਦੇ ਕੁਝ ਬਣਿਆ ਕਦੇ ਕੁਝ ਬਣਿਆ, ਹੁਣ ਮਨੁੱਖਾ ਜਨਮ ਮੈਨੂੰ ਪ੍ਰਾਪਤ ਹੋਇਆ। ਮੈਂ ਇੱਕ ਤੇਰਾ ਸਹਾਰਾ ਤੱਕਿਆ, ਤੇਰੀ ਆਸ ਤੱਕੀ ਹੈ, ਇਹ ਜਨਮ ਮੈਂ ਆਪ ਜੀ ਦੇ ਲੇਖੇ ਵਿੱਚ ਲਾ ਦਿੱਤਾ। ਬਸ ਮਾਲਕ ਜੀ, ਇਸ ਮਨੁੱਖਾ ਜਨਮ ਵਿੱਚ ਮੈਨੂੰ ਆਪਣੇ ਦੀਦਾਰ ਬਖਸ਼ਣਾ ਕਰੋ, ਦਰਸ਼ਨ ਬਖਸ਼ਣਾ ਕਰੋ, ਤਾਂ ਕਿ ਮੇਰਾ ਜਿਹੜਾ ਪਾਰ ਉਤਾਰਾ ਹੋ ਜਾਵੇ, ਮੇਰਾ ਜੀਵਨ ਸਫਲਾ ਹੋ ਜਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਇਹਨਾਂ ਪੰਜਾਂ ਦੇ ਵਿੱਚ, ਤਿੰਨ ਪ੍ਰਕਾਰ ਦੀ ਮਾਇਆ ਦੇ ਵਿੱਚ ਮੇਰਾ ਮਨ ਜਿਹੜਾ ਇਕੱਲਾ ਮਨ ਗਲਤਾਨ ਹੋ ਰਿਹਾ। ਆਪ ਜੀ ਨਾਥਾਂ ਦੇ ਨਾਥ ਹੋ, ਰਾਖ ਹੋ ਕਿਰਪਾਲ। ਹੇ ਕਿਰਪਾਲੂ ਪ੍ਰਭੂ ਜੀ, ਆਪ ਜੀ ਕਿਰਪਾ ਕਰਕੇ ਰੱਖਣਾ ਕਰੋ ਜੀ ਰਹਾਉ। ਅਨਕ ਜਤਨ ਗਵਨ ਕਰੋ, ਖਟ ਕਰਮ ਜੁਗਤ ਧਿਆਨ ਧਰੋ। ਰਹਾਉ ਵਾਲੀ ਪੰਕਤੀ 'ਚ ਵਿਸ਼ਰਾਮ ਦੇ ਕੇ ਰੁਕ ਕੇ ਗੁਰਦੇਵ ਪਿਤਾ ਜੀ ਬਚਨ ਕਰਦੇ ਨੇ, ਕਹਿੰਦੇ ਅਨਕ ਜਤਨ ਗਵਨ ਕਰੋ। ਇਸ ਮਨ ਨੂੰ ਬਲਵਾਨ ਕਰਨ ਦੇ ਲਈ, ਮਨ ਨੂੰ ਟਿਕਾਉਣ ਦੇ ਲਈ, ਤਾਂ ਕਿ ਜਿਹੜੇ ਇਹ ਪੰਜ ਇਸ ਮਨ ਉੱਤੇ ਹਾਵੀ ਨਾ ਹੋ ਸਕੇ, ਮਨ ਇਹਨਾਂ ਵਿੱਚੋਂ ਬਾਹਰ ਨਿਕਲ ਜਾਵੇ। ਕਹਿੰਦੇ ਮੈਂ ਬੜੇ ਯਤਨ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਜਪ ਤਪ ਸੰਜਮ ਕੀਤੇ, ਇਤੇ ਤੀਰਥ ਯਾਤਰਾਵਾਂ ਕੀਤੀਆਂ, ਜਲ ਧਾਰੇ ਕੀਤੇ, ਪੁੱਠੇ ਲਾਉਂ ਕੇ ਭਗਤੀ ਕੀਤੀ, ਮਨ ਦਾ ਹੱਠ ਕੀਤਾ, ਪਰ ਕਹਿੰਦੇ ਮਨ ਜਿਹੜਾ ਹੈ ਇਹ ਟਿਕਾ ਵਿੱਚ ਨਹੀਂ ਆਇਆ। ਕਿਸੇ ਵਿਦਵਾਨ ਦੇ ਬੋਲ ਨਾ, ਮਨ ਹੈ ਸ਼ੈਤਾਨਾ ਬੇਈਮਾਨਾ, ਮਰ ਜਾ ਮਗਰੋਂ ਲੈ ਜਾ, ਨਿਤ ਸਿਆਪੇ ਤੇਰੇ ਕਰਦਾ, ਕਦੇ ਤਾਂ ਟਿੱਕੇ ਬਹਿ ਜਾ।
ਨੀਤਾਪਤੀ ਤੈਨੂੰ ਟਿਕਾਉਣ ਦੀ ਮੈਂ ਕੋਸ਼ਿਸ਼ ਕਰਦਾ ਹਾਂ ਤੇ ਮਨਾਪੁਰ ਤੂੰ ਟਿਕ ਕੇ ਨਹੀਂ ਬੈਠਦਾ। ਕੋਈ ਇਹੋ ਜਿਹੀ ਘੜੀ ਆਵੇ ਤਾਂ ਕਿ ਮਨ ਸਾਡਾ ਜਿਹੜਾ ਹੈ ਕੇਂਦਰਿਤ ਹੋ ਜਾਵੇ, ਮਨ ਸਾਡਾ ਟਿਕਾ ਦੇ ਵਿੱਚ ਆ ਜਾਵੇ। ਗੁਰਦੇਵ ਪਿਤਾ ਜੀ ਕਹਿੰਦੇ ਅਨੇਕਾਂ ਪ੍ਰਕਾਰ ਦੇ ਯਤਨ ਕੀਤੇ, ਕੋਸ਼ਿਸ਼ਾਂ ਕੀਤੀਆਂ ਤਾਂ ਕਿ ਇਹ ਪੰਜਾਂ ਉੱਤੇ ਮੈਂ ਕੰਟਰੋਲ ਕਰ ਸਕਾਂ, 3 ਪ੍ਰਕਾਰ ਦੀ ਮਾਇਆ ਤੋਂ ਮੈਂ ਬਚ ਸਕਾਂ। ਕਹਿੰਦੇ ਕਿਹੜੇ ਕਿਹੜੇ ਕਰਮ ਕੀਤੇ ਨੇ ਪੁੱਛਿਆ ਗੁਰਦੇਵ ਪਿਤਾ ਜੀ ਨੂੰ, ਤੇ ਗੁਰਦੇਵ ਪਿਤਾ ਜੀ ਦੇ ਖੱਟ ਕਰਮ ਜੁਗਤ ਧਿਆਨ ਧਰੋ। ਬ੍ਰਾਹਮਣ ਦੇ 6 ਕਰਮ ਨੇ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਪੂਜਾ ਕਰਨੀ, ਪੂਜਾ ਕਰਾਉਣੀ, ਦਾਨ ਦੇਣਾ ਤੇ ਦਾਨ ਲੈਣਾ। ਇਹ ਬ੍ਰਾਹਮਣ ਦੇ ਕਰਮ ਨੇ ਜਿਹਨਾਂ ਦੇ ਗ੍ਰੰਥਾਂ ਮੁਤਾਬਕ ਲਿਖੇ ਹੋਏ ਨੇ। ਬ੍ਰਾਹਮਣ ਇੱਕ ਨਿਤਾਪਤੀ ਕਰਮ ਕਰਦਾ ਹੈ, ਪਰ ਗੁਰਦੇਵ ਪਿਤਾ ਜੀ ਕਹਿੰਦੇ ਇਹ ਸਾਰੇ ਮੈਂ ਕਰਮ ਕਰਕੇ ਵੇਖ ਲਏ। ਹੁਣ ਜੇ ਆਪਾਂ ਦੇਖਿਆ ਜਾਵੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਕਰਮ ਕਰਦੇ ਹੋਣਗੇ, ਸਤਿਗੁਰੂ ਨੇ ਸਾਨੂੰ ਸਮਝਾਇਆ ਹੈ। ਵਿਦਿਆ ਸਤਿਗੁਰੂ ਆਪ ਪੜ੍ਹਦੇ ਸਨ ਤੇ ਵਿਦਿਆ ਸਤਿਗੁਰੂ ਆਪਣੇ ਸਿੱਖਾਂ ਨੂੰ ਪੜ੍ਹਾਉਂਦੇ ਸਨ, ਪਹਿਲਾ ਕਰਮ। ਤੇ ਦੂਜਾ ਕਰਮ ਪੂਜਾ ਕਰਨੀ ਤੇ ਪੂਜਾ ਕਰਾਉਣੀ। ਅਕਾਲ ਪੁਰਖ ਦੀ ਪੂਜਾ, ਅਕਾਲ ਪੁਰਖ ਦੀ ਆਰਾਧਨਾ। ਧੰਨ ਗੁਰੂ ਅਰਜਨ ਦੇ, ਹਾਲਾਂਕਿ ਉਸ ਨਿਰੰਕਾਰ ਦਾ ਸਰੂਪ ਗੁਰੂ ਅਰਜਨ ਦੇ ਮਹਾਰਾਜ ਹਨ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਹਰੀ ਦਾ ਰੂਪ ਹਨ, ਪਰ ਮਨੁੱਖਾ ਜਾਮਾ ਧਾਰਨ ਕਰਕੇ ਸੰਸਾਰ 'ਚ ਆਏ, ਅਵਤਾਰੀ ਪੁਰਸ਼ ਆਏ। ਤੇ ਵਿਦਿਆ ਵੀ ਪੜ੍ਹਦੇ ਸਨ, ਵਿਦਿਆ ਆਪਣੇ ਸਿੱਖਾਂ ਨੂੰ ਪੜ੍ਹਾਈ ਵੀ ਹੈ। ਤੇ ਦੂਜਾ ਗੁਰੂ ਸਾਹਿਬ ਪੂਜਾ ਅਕਾਲ ਪੁਰਖ ਦੀ ਕਰਦੇ ਸਨ, ਅਕਾਲ ਪੁਰਖ ਦੀ ਆਰਾਧਨਾ ਕਰਦੇ ਸਨ। ਤੇ ਆਪਣੇ ਸਿੱਖਾਂ ਨੂੰ ਵੀ ਹੁਕਮ ਕੀਤਾ ਕਿ ਭਾਈ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ। ਤੀਜਾ ਹੈ ਦਾਨ ਦੇਣਾ ਤੇ ਦਾਨ ਲੈਣਾ। ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਗੁਰੂ ਘਰ ਵਿਖੇ ਜਦੋਂ ਆਪਾਂ ਸਤਿਗੁਰੂ ਨੂੰ ਆਪਣੀਆਂ ਤਿਲ ਫੁੱਲ ਭੇਟਾਵਾਂ ਅਰਪਣ ਕਰਦੇ ਨਾ, ਕਦੇ ਵੀ ਇਹ ਸ਼ਬਦ ਨਹੀਂ ਆਪਾਂ ਵਰਤਣਾ ਕਿ ਗੁਰਦੁਆਰੇ ਨੂੰ ਆਪਾਂ ਇੰਨੀ ਮਾਇਆ ਦਾਨ ਦੇ ਦਿੱਤੀ, ਗੁਰੂ ਕੇ ਲੰਗਰਾਂ 'ਚ ਇੰਨਾ ਦਾਨ ਪੁੰਨ ਪਾਇਆ। ਨਹੀਂ, ਦਾਨ ਇੱਕ ਭਿਖਾਰੀ ਨੂੰ ਦਿੱਤਾ ਜਾਂਦਾ ਹੈ। ਭਿਖਾਰੀ ਭਿਖਿਆ ਮੰਗਣ ਲਈ ਆਉਂਦਾ, ਉਹਨੂੰ 10 ਰੁਪਏ 5 ਰੁਪਏ ਜਾਂ ਆਟਾ ਦਾਲ ਘਰ ਵਿੱਚ ਪਰਿਵਾਰ ਜਿਹੜਾ ਹੈ ਉਹ ਪਾਉਂਦਾ ਹੈ। ਤੇ ਗੁਰੂ ਭਿਖਾਰੀ ਨਹੀਂ ਹੈ। ਜਦੋਂ ਗੁਰੂ ਨੂੰ ਆਪਾਂ ਤਿਲ ਫੁੱਲ ਭੇਟਾਵਾਂ ਅਰਪਣ ਕਰਨੀਆਂ ਨੇ ਨਾ, ਗੋਲਕ 'ਚ ਕੋਈ 10 ਰੁਪਏ 5 ਰੁਪਏ ਜਾਂ ਜਿੰਨੀ ਵੀ ਮਾਇਆ ਪਾਉਂਦਾ, ਜਾਂ ਹੋਰ ਕੁਰਸ਼ਤਾਂ ਬਸਤਾਂ ਲੈ ਕੇ ਆਉਂਦਾ ਏ, ਹੋਰ ਸਾਜੋ ਸਮਾਨ ਲੈ ਕੇ ਆਉਂਦਾ ਏ, ਉਦੋਂ ਇਹ ਨਹੀਂ ਆਖਣਾ ਕਿ ਆਪਾਂ ਦਾਨ ਕੀਤਾ। ਆਪਾਂ ਕਹਿਣਾ ਏ, ਸ਼ਬਦ ਵਰਤਣਾ ਏ ਕਿ ਗੁਰਦੁਆਰੇ ਆ ਭੇਟਾ ਕੀਤਾ ਏ, ਗੁਰੂ ਘਰ ਨੂੰ ਆ ਫਲਾਣੀ ਵਸਤੂ ਜਿਹੜੀ ਹੈ ਇਹ ਭੇਟਾ ਕੀਤੀ। ਭੇਟਾ ਅਰਥ ਹੈ ਪ੍ਰੇਮ ਦੇ ਸਹਿਤ ਭੇਟਾ ਕਰਨੀ, ਸਤਿਕਾਰ ਵਜੋਂ। ਦਾਨ ਭਿਖਾਰੀ ਨੂੰ ਦਿੱਤਾ ਜਾਂਦਾ, ਭੇਟਾ ਜਿਹੜਾ ਸ਼ਬਦ ਪ੍ਰੇਮ ਵਾਲਾ ਸ਼ਬਦ ਹੈ, ਸਤਿਕਾਰ ਵਜੋਂ ਸਤਿਗੁਰੂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਨੂੰ ਪ੍ਰੇਮ ਭੇਟਾ ਅਰਪਣ ਕਰਨੀ। ਜਿਵੇਂ 2 ਸ਼ਬਦ ਨੇ, ਇੱਕ ਸ਼ਬਦ ਹੈ ਪੜ੍ਹਨਾ। ਇਸਲਾਮ ਦੇ ਵਿੱਚ 2 ਸ਼ਬਦ ਵਰਤੇ ਜਾਂਦੇ, ਇੱਕ ਅਦਾ ਕਰਨਾ, ਇੱਕ ਪੜ੍ਹਨਾ। ਜਦੋਂ ਇਸਲਾਮ ਦੇ ਲੋਕ ਜਦੋਂ ਇਹ ਨਵਾਜ਼ ਪੜ੍ਹਦੇ ਨੇ ਨਾ, ਕਈ ਕਹਿੰਦੇ ਨੇ ਕਿ ਨਵਾਜ਼ ਦਾ ਵਕਤ ਹੋ ਗਿਆ, 5 ਨਵਾਜ਼ਾਂ 5 ਵਕਤ 5 ਸਮੇਂ ਨਵਾਜ਼ ਪੜ੍ਹਦੇ ਨੇ। ਤੇ ਕਹਿੰਦੇ ਮੈਂ ਨਵਾਜ਼ ਪੜ੍ਹਦਾ, ਮੇਰਾ ਸਮਾਂ ਹੋ ਗਿਆ ਨਵਾਜ਼ ਪੜ੍ਹਨ ਦਾ, ਮੈਂ ਪੜ੍ਹ ਲਵਾਂ।
पर जिहड़े सियाणे ने ना सियाणे वो कहंदे नहीं, मैं नवाज अदा करदे आ। ते अदा ते पढ़न विच बड़ा फर्क है। अदा दा अर्थ है कि प्रेम दे सहित मैं नवाज खुदा नूं भेटा करदे आ। ते पढ़ के तां आपां पढ़ के सुना सकदे, वखरी गल है। जदों शब्द वरतना अदा करना, प्रेम सद भेटा करनी, यही शब्द जद गुरु ग्रंथ साहिब महाराज हजूरी च आना, आपां गुरु घर नूं आपां कुछ ना कुछ भेटा करना है। क्योंकि सतगुर दा हुक्म है कि सिख ने दसबंधी रकम कढ़नी है। जिथे गुरु घर दे कारजां लई वरतनी है, उत्थे कोई लोड़वंद होवे, कोई गरीब मजलूम होवे, उहदी मदद की जा सकती। जिहदे घर रोटी नहीं पकदी उहदा आछण लैके दे दिता, जां कोई बीमार है इलाज नहीं सीखदा उहदा इलाज करा दिता, जां गुरु सवारे होर जिन बच्चे पढ़ते हैं स्कूलों में बच्चियां दी फीस नहीं भरी, किताबां लै दित्तियां, इत्यादि इहो जे काम कीते, वो भी साडा दसबंध निकल जाता है। बड़े तरीके ने दसबंध देण दे, पर दसबंध देना बड़ा औखा है। तो गुरु की किरपा दे नाल जदों आपां 1000 रुपया कमाया ना, 1000 चों 100 कढ़ लवांगे। फिर जदों 20,000 रुपया कमा लिया महीने का, 2000 कढ़ लवांगे। जदों उही फिर इनकम साडी जदों 50,000 ते पहुँच गई ना, दसबंध बन गया गुरु का 5,000 रुपया। फिर मन च ख्याल आया कि मना 5,000 गुरु नूं देना, इन्ना पैसा, तो ये ख्याल आउंदे ने। फिर उदों निकलदा नहीं है। जिहड़ा उत्ते गुरु की किरपा रहमत है ना, उन्हां दी सोच इहो जी बन जाती कि नहीं, मेरी जिहड़ी इनकम है, मेरी तनख्वाह है, जिन्होंने 50,000 रुपये मिलता, कहना नहीं मेरी 45,000 है, 5,000 मेरा नहीं, ये 5,000 तो मेरे गुरु का है, ये तो मैं हकदार है ही नहीं है। इस तरीके नाल फिर वह वधिया तरीके नाल दसबंध अपना कढ़दा ते लोड़वंदां दी सहायता करता है। नहीं बहुत तादाद विच ये सोचां बंदे दे मन च आउंदियां कि नहीं, जिन्नी मैं माया किसे लिए दे रहा हाँ, गुरु घर नूं दे रहा हाँ, इस माया दे राही मेरे घर दी राशन पानी आ जाने, बच्चों के कपड़े आ जाने सी, या फलानी थां ते आ पैसे वरत लेने सन। ये सोच बंदे दी घर कर जाती है। गुरु की किरपा दे नाल ही दसबंध कढ़िया जा सकता है। उहदी किरपा ना होवे दसबंध भी निकलदा है। कोशिश करिया करो कि जिन्ना हो सके बहुता ने थोड़ा तो कढ़ो, गुरु के हुक्म की पालना करो कि सतगुरु कुछ ना कुछ तू कढ़ा रहा, तेरा शुक्र है। जो आप थोड़ा थोड़ा कढ़ा, गुरु ने आपे बख्शिश करनी। फिर सो सतगुरु जी गल चल रही सी कि गुरु नूं भेटा करना है। कदे ये शब्द नहीं वरतना कि सतगुरु मैं तेनों दान दे रहा हाँ। लाल चंद आया सी ना गुरु कलगीधर पातशाह महाराज दे कोल। लाल चंद जो ढाल लैके आया तो वो लाल चंद नूं अपनी बनाई हुई ढाल उत्ते बड़ा हंकार सी, मान सी। गुरु गोबिंद सिंह महाराज बैठे हुए ने, दीवान सजिया हुआ आनंदपुर साहिब धरती ते, सामने झूमदा होया लाल चंद एक कपड़े च ढाल नूं लपेट के पातशाह दे सन्मुख लै गया। पातशाह बड़े ध्यान नाल देखदे ने। सतगुरु लाल चंद दे बाहरला स्वरूप नहीं दे, अंदरला स्वरूप देख रहे ने कि अंदर इहदा हंकार है कि मेरी ढाल बड़ी सोहनी है। इहो जी ढाल सतगुरु नूं पहला किसी ने ये भेटा नहीं कीती है। कलगियां वाले पातशाह महाराज कोल आ गया, मत्था टेकिया ते सतगुरु महाराज दे कोल वो ढाल रख दिती ते कहन लगे, सतगुरु जी ये मेरी भेटा प्रवान करो। गुरु गोबिंद सिंह महाराज कहन लगे, बड़ी सतगुरु हाथ चो वो ढाल चुक ली। बड़े ध्यान नाल देखदे ने ते गुरदेव पिता जी कहंदे, लाल चंद ढाल बड़ी सोहनी बनी है, बड़ी सोहनी है, बड़ा लोहा जड़त कीता। हाँ जी सतगुरु जी बड़ी मेहनत की है। सतगुरु कहन लगे, गोली दे अंदर पार हो जाएगी,
ਕਹਿਣ ਲੱਗਿਆ ਸਤਿਗੁਰੂ ਜੀ ਗੋਲੀ ਕਿਵੇਂ ਪਾਰ ਹੋ ਜਾਵੇਗੀ, ਇਹ ਢਾਲ ਬੜੀ ਮਜ਼ਬੂਤ ਹੈ, ਨਾ ਤੀਰ ਪਾਰ ਹੋ ਸਕਦਾ ਨਾ ਗੋਲੀ ਪਾਰ ਹੋ ਸਕਦੀ ਹੈ, ਮੈਂ ਬੜੀ ਮਿਹਨਤ ਕੀਤੀ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਖਣਗੇ ਨਹੀਂ ਲਾਲ ਚੰਦ ਗੋਲੀ ਪਾਰ ਹੋ ਸਕਦੀ ਹੈ, ਤੀਰ ਜਿਹੜਾ ਹੈ ਇਹਨੂੰ ਚੀਰ ਸਕਦਾ ਹੈ। ਨਹੀਂ ਸਤਿਗੁਰੂ ਇਹ ਨਹੀਂ ਹੋ ਸਕਦਾ, ਸਤਿਗੁਰੂ ਨਹੀਂ ਹੋ ਸਕਦਾ। ਕਲਗੀਧਰ ਪਾਤਸ਼ਾਹ ਕਹਿਣ ਨਹੀਂ ਲਾਲ ਚੰਦ ਹੋ ਸਕਦਾ, ਪਰ ਸਤਿਗੁਰੂ ਨਾਲ ਜਿੱਦ ਕਰਨ ਲੱਗ ਪਿਆ, ਕਿਉਂਕਿ ਹੰਕਾਰ ਸੀ ਆਪਣੀ ਬਣਾਈ ਹੋਈ ਢਾਲ ਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਚਲੋ ਕੱਲ੍ਹ ਨੂੰ ਫਿਰ ਆਪਾਂ ਨਿਸ਼ਾਨਾ ਪਰਖਾਂ, ਦੇਖਦੇ ਹਾਂ ਤੇਰੀ ਢਾਲ ਮਜ਼ਬੂਤ ਹੈ ਜਾਂ ਸਾਡੀ ਚੱਲੀ ਹੋਈ ਗੋਲੀ ਜਾਂ ਸਾਡਾ ਚੱਲਿਆ ਹੋਇਆ ਤੀਰ ਮਜ਼ਬੂਤ ਹੈ, ਦੇਖਦੇ ਹਾਂ ਤੇਰੀ ਢਾਲ ਨੂੰ ਇਹ ਸਾਡਾ ਤੀਰ ਜਿਹੜਾ ਚੀਰ ਕੇ ਅੱਗੇ ਲੰਘਦਾ ਕਿ ਨਹੀਂ ਲੰਘਦਾ ਹੈ। ਹੁਣ ਭਾਈ ਲਾਲ ਚੰਦ ਜੀ ਉਦੋਂ ਐਸਾ ਨਸ਼ਾ ਸੀ ਹੰਕਾਰ ਦਾ, ਕਹਿਣ ਲੱਗਿਆ ਕਿ ਠੀਕ ਹੈ ਸਤਿਗੁਰੂ ਕੱਲ੍ਹ ਨਿਸ਼ਾਨਾ ਪਰਖਾਂਗੇ, ਜਿੱਤ ਮੇਰੀ ਹੋਵੇਗੀ, ਮੇਰੀ ਢਾਲ ਬੜੀ ਮਜ਼ਬੂਤ ਹੈ। ਹੁਣ ਉਸ ਸਮੇਂ ਤਾਂ ਹੰਕਾਰ ਵੀ ਜਾ ਕੇ ਕਹਿ ਗਿਆ। ਹੁਣ ਲੋਕ ਸਾਰੇ ਜਿੰਨੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਉਹ ਦੇਖਦੇ ਨੇ ਕਿ ਭਾਈ ਲਾਲ ਚੰਦ ਨੇ ਕੀ ਆਖ ਦਿੱਤਾ, ਇਹ ਗੁਰੂ ਦੇ ਨਾਲ ਸ਼ਰਤ ਲਾ ਕੇ ਆ ਗਿਆ। ਜਿੱਤ ਤਾਂ ਗੁਰੂ ਦੀ ਹੋਣੀ ਹੈ ਨਾ, ਗੁਰੂ ਤਾਂ ਕੁਝ ਵੀ ਕਰ ਸਕਦਾ, ਗੁਰੂ ਜੇ ਚਾਹੇ ਅਸਮਾਨ ਨੂੰ ਚੀਰ ਸਕਦਾ ਹੈ, ਇਹ ਢਾਲ ਸਤਿਗੁਰ ਦੇ ਅੱਗੇ ਕੀ ਹੈ। ਲਾਲ ਚੰਦ ਨੇ ਆਪਣੀ ਮੌਤ ਨੂੰ ਆਵਾਜ਼ਾਂ ਮਾਰਨਾ ਕੀਤੀਆਂ ਹਨ। ਸਵੇਰ ਹੋਈ, ਰਾਤ ਵੇਲੇ ਜਦੋਂ ਲਾਲ ਚੰਦ ਆਪਣੇ ਆਸਣ 'ਤੇ ਗਿਆ ਨਾ, ਫਿਰ ਜਦੋਂ ਜੋ ਵੀ ਘਟਨਾ ਬਾਬੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਬਚਨ ਵਿਲਾਸ ਹੋਏ ਸੀ ਉਹ ਸਾਰਾ ਯਾਦ ਕੀਤਾ। ਫਿਰ ਮੱਥੇ ਉੱਤੇ ਹੱਥ ਮਾਰਿਆ ਕਿ ਮਨਾ ਮੈਂ ਕੀ ਕਰਕੇ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੈਂ ਸ਼ਰਤ ਲਾ ਕੇ ਆ ਗਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਤਾਂ ਕੁਝ ਵੀ ਕਰ ਸਕਦੇ ਨੇ, ਮਨਾ ਜੇਕਰ ਸਤਿਗੁਰੂ ਨੇ ਗੋਲੀ ਚਲਾਈ ਉਹ ਗੋਲੀ ਸ਼ੂੰਕਦੀ ਹੋ ਆਵੇਗੀ, ਇਸ ਢਾਲ ਨੂੰ ਚੀਰ ਕੇ ਮੇਰੇ ਸੀਨੇ ਨੂੰ ਵਿੰਨ੍ਹ ਜਾਵੇਗੀ, ਮੇਰੀ ਮੌਤ ਹੋ ਜਾਵੇਗੀ। ਹੁਣ ਬੜੀ ਸਾਰੀ ਰਾਤ ਜਾਗਦਾ ਸਿੱਖਾਂ ਨੂੰ ਬੇਨਤੀ ਕਰਦਾ ਕਿ ਮੇਰਾ ਬਚਾਅ ਕਰੋ, ਮੈਂ ਹੁਣ ਕਲਗੀਧਰ ਪਾਤਸ਼ਾਹ ਨਾਲ ਸ਼ਰਤਾਂ ਲਾ ਲਈ ਹੰਕਾਰ ਵਿੱਚ ਆ ਕੇ, ਤੇ ਮੈਂ ਹੁਣ ਆਪਣਾ ਬਚਾਅ ਕਿਵੇਂ ਕਰਾਂ, ਤੁਸੀਂ ਮੇਰੀ ਗੁਰੂ ਪਾਤਸ਼ਾਹ ਕੋਲ ਸਿਫਾਰਿਸ਼ ਕਰੋ, ਬੇਨਤੀ ਕਰੋ। ਤੇ ਸਿੱਖ ਕਹਿਣ ਲੱਗੇ ਲਾਲ ਚੰਦ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਕੋਲ ਚੱਲ ਸਵੇਰ ਵੇਲੇ, ਤੇ ਆਪਣੀ ਗਲਤੀ ਦੀ ਮਾਫੀ ਮੰਗ ਲੈ। ਸਤਿਗੁਰੂ ਬਖਸ਼ਿੰਦ ਹਨ, ਸਤਿਗੁਰੂ ਜੀ ਬਖਸ਼ ਦਿੰਦੇ ਹਨ, ਸਤਿਗੁਰੂ ਔਗਣਾਂ ਨੂੰ ਚਿਤਾਰਦੇ ਨਹੀਂ ਹਨ। ਕਹਿੰਦੇ ਨੇ ਭਾਈ ਲਾਲ ਚੰਦ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਅੱਜ ਕਲਗੀਆਂ ਵਾਲੇ ਪਾਤਸ਼ਾਹ ਦੇ ਸਨਮੁਖ ਆ ਰਹੇ ਆ, ਬਹੁਤ ਸੰਗਤਾਂ ਦਾ ਇਕੱਠ ਹੈ, ਅਨੰਦਪੁਰ ਸਾਹਿਬ ਦੇ ਲੋਕ, ਹੋਰ ਆਲੇ ਦੁਆਲੋਂ ਗੁਰੂ ਜਿੰਨੀਆਂ ਸੰਗਤਾਂ ਆਈਆਂ ਸਿੱਖ ਨੇ ਉਹ ਸਾਰੇ ਦੇਖ ਰਹੇ ਨੇ ਕਿ ਅੱਜ ਸਤਿਗੁਰੂ ਜੀ ਢਾਲ ਦਾ ਨਿਸ਼ਾਨਾ ਪਰਖਣਗੇ, ਦੇਖਣਗੇ ਅੱਜ ਦੇਖਾਂਗੇ ਗੋਲੀ ਪਾਰ ਹੁੰਦੀ ਹੈ ਕਿ ਢਾਲ ਕਿੰਨੀ ਕਿ ਮਜ਼ਬੂਤ ਦੇਖਾਂਗੇ। ਇਸ ਤਰ੍ਹਾਂ ਸਾਰੇ ਇਕੱਠੇ ਹੋਏ ਨੇ। ਪਰ ਜਦੋਂ ਲਾਲ ਚੰਦ ਕੜਾਹ ਪ੍ਰਸ਼ਾਦ ਦੀ ਦੇਗ ਇੱਕ ਬਰਤਨ 'ਚ ਪਾ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਨਮੁਖ ਆ ਰਿਹਾ ਨਾ, ਤੇ ਜਦੋਂ ਸਤਿਗੁਰ ਦੇ ਕੋਲ ਪਹੁੰਚਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੱਲ੍ਹ ਵਾਲਾ ਲਾਲ ਚੰਦ ਨਹੀਂ, ਅੱਜ ਲਾਲ ਚੰਦ ਕੋਈ ਹੋਰ ਸਾਡੇ ਦਰਬਾਰ 'ਚ ਆਇਆ ਏ, ਜਿਹੜਾ ਕੱਲ੍ਹ ਆਇਆ ਸੀ ਉਹ ਨਹੀਂ ਹੈ। ਕੱਲ੍ਹ ਤਾਂ ਇਹਨੂੰ ਆਪਣੀ ਬਣਾਈ ਹੋਈ ਢਾਲ ਉੱਤੇ ਮਾਣ ਸੀ, ਪਰ ਅੱਜ ਇਸ ਲਾਲ ਚੰਦ ਦੇ ਅੰਦਰੋਂ ਮਾਣ ਖਤਮ ਹੋ ਗਿਆ ਹੈ। ਇਹ ਲਾਲ ਚੰਦ ਨਿਮਾਣਾ ਬਣ ਕੇ ਆਇਆ ਹੈ। ਤੇ ਕਲਗੀਧਰ ਪਾਤਸ਼ਾਹ ਬਚਨ ਵਿਲਾਸ ਕਰਦੇ ਨੇ। ਇੰਨੇ ਚਿਰ ਨੂੰ ਲਾਲ ਚੰਦ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਪਣਾ ਸੀਸ ਰੱਖ ਦਿੱਤਾ, ਖਿਮਾ ਮੰਗੀ ਕਿ ਪਾਤਸ਼ਾਹ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਆਪ ਜੀ ਜੇ ਚਾਹਣ, ਆਪ ਜੀ ਦੇ ਨਿਸ਼ਾਨੇ ਨੂੰ ਪਾਤਸ਼ਾਹ ਕੌਣ ਰੋਕ ਸਕਦਾ ਹੈ, ਆਪ ਤਾਂ ਅਸਮਾਨ ਨੂੰ ਵੀ ਚੀਰ ਸਕਦੇ ਨੇ। ਮੇਰੇ ਪਾਤਸ਼ਾਹ ਮੇਰੇ ਤੋਂ ਵੱਡੀ ਗਲਤੀ ਹੋਈ ਹੈ, ਇਹ ਮੇਰੀ ਤੁਸ਼ ਜੀ ਭੇਟਾ ਏ,
ਜਿਹੜੀ ਮੈਂ ਢਾਲ ਤਿਆਰ ਕੀਤੀ ਹੈ ਨਾ ਸਤਿਗੁਰੂ, ਤੁਸ਼ ਜੀ ਭੇਟਾ ਮੈਂ ਤਿਆਰ ਕੀਤੀ ਆ, ਆਪ ਜੀ ਦਰ ਤੇ ਪ੍ਰਵਾਨ ਕਰੋ। ਤੇ ਮੈਨੂੰ ਕੱਲ੍ਹ ਦੇ ਜਿਹੜੇ ਮੈਂ ਆਪ ਜੀ ਨਾਲ ਬੋਲੇ ਨੇ, ਹੰਕਾਰ ਵਿੱਚ ਜਾ ਕੇ ਤੁਹਾਡੇ ਨੇ ਸ਼ਰਤ ਲਾ ਲਈ ਹੈ, ਉਹਦੇ ਲਈ ਸਤਿਗੁਰੂ ਮੈਨੂੰ ਖਿਮਾ ਕਰਨਾ ਕਰੋ। ਫਿਰ ਗੁਰਦੇਵ ਪਿਤਾ ਮਹਾਰਾਜ ਨੇ ਉਹਨੂੰ ਖਿਮਾ ਕੀਤਾ ਸੀ। ਸਤਿਗੁਰੂ ਬਖਸ਼ਿੰਦ ਨੇ, ਬਖਸ਼ ਦਿੰਦੇ ਨੇ, ਪਰ ਜੀਵ ਹੀ ਇੱਕ ਐਸਾ ਹੈ ਕਿ ਜੀਵ ਅਨੇਕਾਂ ਜੀਵ, ਜਦੋਂ ਜੀਵ ਦੇ ਅੰਦਰ ਮੈਂ ਆ ਜਾਂਦੀ ਹੈ, ਹੰਕਾਰ ਵਿੱਚ ਅਫਰ ਜਾਂਦਾ ਹੈ, ਤੇ ਜਦੋਂ ਗੁਰੂ ਨੂੰ ਕੁਝ ਦਿੰਦਾ ਤੇ ਕਹਿੰਦਾ ਮੈਂ ਗੁਰਦੁਆਰੇ ਇੰਨਾ ਦਾਨ ਦੇ ਦਿੱਤਾ, ਸ਼ਬਦ ਵਰਤਣਾ ਗੁਰੂ ਨੂੰ ਭੇਟਾ ਕੀਤਾ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ, ਕਹਿੰਦੇ ਖਟ ਕਰਮ ਅਨਕ ਜਤਨ ਗਵਨ ਕਰੋ, ਖਟ ਕਰਮ ਜੁਗਤ ਧਿਆਨ ਧਰੋ। 6 ਕਰਮ ਜਿਹੜੇ ਨੇ ਕਹਿੰਦੇ ਉਹ ਮੈਂ ਸਾਰੇ ਕਰਨਾ ਕੀਤੇ, ਅਨੇਕਾਂ ਜੁਗਤੀਆਂ ਦੇ ਰਾਹੀਂ, ਤੇ ਮੈਂ ਧਿਆਨ ਧਾਰਨ ਕਰਨਾ ਕੀਤਾ, ਪਰ ਕਹਿੰਦੇ ਫਿਰ ਵੀ ਉਹ ਅਵਸਥਾ ਨਹੀਂ ਬਣੀ, ਉਹ ਗੱਲ ਨਹੀਂ ਬਣੀ, ਮੈਨੂੰ ਉਹ ਪ੍ਰਾਪਤੀ ਨਹੀਂ ਹੋਈ। ਮੇਰੇ ਮਾਲਕ ਜੀ ਮੇਰੇ ਉੱਤੇ ਬਖਸ਼ਿਸ਼ ਕਰੋ। ਤੇ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਉਪਾਵ ਸਗਲ ਕਰ ਹਾਰਿਓ, ਨਹਿ ਨਹਿ ਹੁਟਹਿ ਬਿਕਰਾਲ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਇਸ ਮਨ ਨੂੰ ਟਿਕਾਉਣ ਵਾਸਤੇ, ਮਨ ਨੂੰ ਇਹਨਾਂ ਪੰਜਾਂ ਉੱਤੇ ਕੰਟਰੋਲ ਕਰਨ ਦੇ ਲਈ, ਇਹਨਾਂ 3 ਪ੍ਰਕਾਰ ਦੀ ਰਾਜਗੁਣ, ਤਾਮਗੁਣ, ਸਤਗੁਣ, ਮਾਇਆ ਤੋਂ ਬਚਣ ਦੇ ਲਈ ਮੈਂ ਅਨੇਕਾਂ ਪ੍ਰਕਾਰ ਦੇ ਉਪਾਅ ਵਰਤਣਾ ਕੀਤੇ, ਢੰਗ ਤਰੀਕੇ ਵਰਤੇ, ਸਾਰੀਆਂ ਕੋਸ਼ਿਸ਼ਾਂ ਕਰ ਲਈਆਂ, ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ। ਸਭ ਕੁਝ ਕਰਕੇ ਮੈਂ ਹਾਰ ਗਿਆ, ਥੱਕ ਗਿਆ। ਨਹਿ ਨਹਿ ਹੁਟੈ ਬਿਕਰਾਲ, ਜਿਹੜੇ ਇਹ ਬਿਕਰਾਲ ਭਿਆਨਕ ਨੇ, 5 ਦੂਤ, 5 ਵਿਸ਼ੇ, ਇਹਨਾਂ ਵੱਲੋਂ ਮੇਰਾ ਮਨ ਪਿੱਛੇ ਨਹੀਂ ਹਟਿਆ, ਮਨ ਇਹਨਾਂ ਦੇ ਵਿੱਚ ਹੀ ਗਲਤਾਨ ਰਹਿ ਗਿਆ। ਸਰਣ ਬੰਧਨ ਕਰਣਾ ਪਤੇ, ਭਵ ਹਰਣ ਹਰ ਹਰ ਹਰੇ। ਗੁਰਦੇਵ ਪਿਤਾ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਭਾਈ ਇਸ ਤਰੀਕੇ ਨਾਲ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰੋ ਕਿ ਸਰਣ ਬੰਧਨ ਕਰਣਾ ਪਤੇ। 2 ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ, ਇੱਕ ਹੁੰਦਾ ਬੰਧਨ, ਇੱਕ ਹੁੰਦਾ ਬੰਧਨ। ਕਈ ਵਾਰ ਆਪਾਂ ਅਣਜਾਣ ਪਏ ਬੰਧਨ ਨੂੰ ਵੀ ਬੰਧਨ ਨੂੰ ਬੰਧਨ ਹੀ ਪੜ੍ਹ ਦਿੰਦੇ, ਜਿਵੇਂ ਆਪਾਂ ਪੜ੍ਹਦੇ ਹਾਂ ਬੰਦਨਾ ਹਰ ਬੰਦਨਾ, ਕਈ ਵਾਰੀ ਇਹ ਸ਼ਬਦ ਬੰਦਨਾ ਹਰ ਬੰਦਨਾ ਇਸ ਤਰ੍ਹਾਂ ਪੜ੍ਹ ਦਿੰਦੇ ਆ, ਜੋ ਗਲਤ ਹੋ ਜਾਂਦਾ ਹੈ। ਬੰਧਨਾ ਦਾ ਅਰਥ ਹੈ ਬੰਧਨ, ਬੰਧਨ, ਤੇ ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਬੰਧਨ। ਬੰਧਨ ਤੋਂ ਬਾਅਦ ਨਮਸਕਾਰ, ਡੰਡੋਤ ਬੰਧਨ, ਅਨਕ ਵਾਰ। ਬੰਦਨਾ ਹਰ ਬੰਦਨਾ, ਉਸ ਮਾਲਕ ਨੂੰ, ਹਰੀ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਜੇ ਆਪਾਂ ਕਹਿ ਦਈਏ ਬੰਦਨਾ ਹਰ ਬੰਦਨਾ, ਫਿਰ ਉਲਟ ਸ਼ਬਦ ਅਰਥ ਉਲਟ ਬਣ ਕੇ ਹਰੀ ਨੂੰ ਬੰਨ ਲਿਆ, ਹਰੀ ਨੂੰ ਬੰਨਣਾ ਹੈ, ਫਿਰ ਤਾਂ ਉਹ ਗੱਲ ਨਹੀਂ ਬਣੇਗੀ। ਬੰਦਨਾ ਹਰ ਬੰਦਨਾ। ਇਸੇ ਤਰ੍ਹਾਂ ਹੀ ਇੱਥੇ ਵੀ ਸਤਿਗੁਰੂ ਨੇ ਬੰਧਨ ਕਿ ਸਰਣ ਬੰਧਨ ਕਰਨਾ ਪਤੇ। ਹੇ ਕਰਨਾ ਪਤੇ, ਹੇ ਕਿਰਪਾ ਦੇ ਘਰ, ਹੇ ਕਰਨਾ ਦੇ ਸਾਗਰ, ਪਤੀ ਪਰਮੇਸ਼ਰ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੈਨੂੰ ਮੈਂ ਬੰਧਨ ਨਮਸਕਾਰ ਕਰਦਾ ਹਾਂ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ, ਤੈਨੂੰ ਬੰਦਨਾ ਹੈ, ਮੇਰੇ ਉੱਤੇ ਬਖਸ਼ਿਸ਼ ਕਰ। ਭਵ ਹਰਨ ਹਰ 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 ਹਰੇ। ਹੇ ਹਰੀ ਹਰੇ ਭਰੇ ਕਰਨ ਵਾਲੇ, ਹੇ ਹਰੀ ਹਰੇਕ ਦੇ ਦੁੱਖਾਂ ਨੂੰ ਹਰਨ ਵਾਲੇ, ਮੇਰੇ ਉੱਤੇ ਇਹ ਬਖਸ਼ਿਸ਼ ਕਰ ਤਾਂ ਕਿ ਮੈਂ ਸੰਸਾਰ ਸਮੁੰਦਰ ਤੋਂ ਤਰ ਜਾਵਾਂ। ਇਹਦੇ ਵਿੱਚ ਮੈਂ ਵਿਸ਼ੇ ਵਿਕਾਰ 'ਚ ਗਲਤਾਨ ਹੋ ਰਿਹਾ ਹਾਂ, ਮੇਰੇ ਉੱਤੇ ਹਰੀ ਜੀ ਬਖਸ਼ਿਸ਼ ਕਰ, ਮੈਨੂੰ ਸੰਸਾਰ ਸਮੁੰਦਰ ਤੋਂ ਤਾਰ ਨਾ ਕਰ। ਏਕ ਤੂ ਹੀ ਦੀਨ ਦਿਆਲ, ਪ੍ਰਭ ਚਰਨ ਨਾਨਕ ਆਸਰੋ।
एक तू ही। हे परमात्मा एक तू ही है, तेरे तो बिना दूजा कोई नहीं है। तू दीना दी रखिया करने वाला है, दयालु है, दया दा घर है। ते नानक नूं हे प्रभु जी आप जी दे चरणां दा आसरा है। जिवें आपां सतगुर दे बचन पढ़दे हां, गुरु साहिबान दस्सिया कि किस तरीके दे नाल प्रभु दे चरणां च सिੱਖਾਂ तां बेनती करनी है। स्तोत्र दे रूप विच आपां सतगुर दा शब्द आम तौर ते पढ़दे हां कि हे अचुत हे पार ब्रह्म अबनासी अगनास, हे पूर्ण हे सर्ब मैं दुख भंजन गुणतास, हे संगी हे निरंकार, हे निर्गुण सब टेक, हे गोबिंद हे गुण निधान जाकै सदा विवेक, हे अपरंपर हर हरे है भी होवनहार, हे संतह कै सदा संग निधारा आधार, हे ठाकुर हों दासरो मैं निर्गुण गुण नहीं कोय, नानक दीजै नाम दान राखो ही है परोए। कि परमेश्वर तू अचुत है, नाश तो रहत है। जिमें आप कह दईए अबनासी, जिहड़ा नाश नहीं हुंदा खत्म नहीं हुंदा, वह अबनासी पुरख है, ना आवे ना जाए। अबनासी जीवन को दाता सिमरत सामल खोई, गुण निधान भगतन को बरतन बिरला पावै कोई। ऐसा वो परमेश्वर है। तो सतगुरु ने दस्सिया पावन शब्द किवें बेनती करनी है। मैं निर्गुण गुण नहीं कोई, परमेश्वर मैं निर्गुण हाँ, मेरे विच कोई गुण नहीं है। नानक दीजै नाम दान, नानक नूं नाम दा दान देना कर, राखो हीए परोए, ताकि उस नाम दे दान नूं नानक अपने हीए हिरदे विच परो के रख लवे, साਂਭ के रख लवे। इस करके प्रभ चरण नानक आसरो, नानक नूं प्रभु दे चरणां दा आसरा है। उदरे भ्रम मोह सागर, लग संतना पग पाल। उदरे सतगुरु जी कहते हैं जिन्हों ने एक प्रभु दे चरणां दा आसरा ले लिया ना, फिर वो 5 प्रकार दे भरम विचों, मोह रूपी सागर विचों, समुंदर विचों वो बच गए हैं। उन्हां दा पार उतारा हो गया। लग संत ना पग पाल, जिहड़े संत जन हन, नाम रसीए पुरुष हन, कहते उन्हां दे पग पाल, उन्हां दे पल्ले नाल लगना कर भाई, उन्हां दे चरणां नाल जुड़ना, उन्हां दी संगत करना कर, ऐ जीव तेरा पार उतारा हो जाएगा। ये गुरु सवारे पातशाह जी ने साडे उत्ते बख्शिश कीती है। दास तो बोलदे तो एक नहीं अनेकां गलतियां हो गईयां होणगीਆਂ। संगत अते सतगुरु बख्शण योग ਹਨ। भुल चुक की खिमा करनी जी। आओ अखीरलियां पंक्तियां पढ़ के फतेह बुलाइए, उपरंत फिर आपां गुर मंत्र ते मूल मंत्र का जाप करना, उस तो बाद फिर समाप्ति है जी। एक तू ही दीन दयाल, प्रभ चरण नानक आसरो, उदरे भ्रम मोह सागर, लग संतना पग पाल। वाहिगुरु जी का खालसा, वाहिगुरु जी की फतेह। आए प्रभ शरणागति, कृपा निध दयाल। एक अखर हर मन बसत, नानक हो। वाहिगुरु नाम जहाज है, चढ़े